ਆਪਾਂ ਅਕਸਰ ਅਜਿਹੀਆਂ ਕਈ ਘਟਨਾਵਾਂ ਸੁਣੀਆਂ ਹੋਣਗੀਆਂ ਜਿਸ ਵਿੱਚ ਮਰਿਆ ਹੋਇਆ ਬੰਦਾ ਕੁਝ ਸਮੇਂ ਬਾਅਦ ਹੀ ਜਿਉਂਦਾ ਹੋ ਉੱਠਦਾ ਹੈ, ਜਾਂ ਫਿਰ ਜਦੋਂ ਸ਼ਮਸ਼ਾਨ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਹੁੰਦੇ ਨੇ ਉਹ ਮਰਿਆ ਹੋਇਆ ਮੁਰਦਾ ਉੱਠ ਬਹਿੰਦਾ ਹੈ ਤੇ ਆਪਣੇ ਮਰਨ ਤੋਂ ਬਾਅਦ ਦੀ ਸਾਰੀ ਕਹਾਣੀ ਦੱਸਦਾ ਹੈ। ਅਜਿਹਾ ਬਹੁਤ ਵਾਰ ਹੁੰਦਾ ਆਪਾਂ ਦੇਖਿਆ ਹੋਵੇਗਾ, ਪਰ ਇਸ ਵਾਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੁਝ ਅਲੱਗ ਹੀ ਹੋਇਆ। ਜਦੋਂ ਮੁਰਦੇ ਨੂੰ ਅੱਗ ਵੀ ਲੱਗ ਚੁੱਕੀ ਸੀ ਤੇ ਉਸ ਦੇ ਅੱਗ ਲੱਗਣ ਤੋਂ ਬਾਅਦ ਜੋ ਕੁਝ ਵੀ ਹੋਇਆ ਉਸਨੇ ਸਾਰੇ ਸ਼ਹਿਰ ਦੇ ਵਿੱਚ ਭਗਦੜ ਮਚਾ ਦਿੱਤੀ ਤੇ ਚਾਰੇ ਪਾਸੇ ਅੱਗ ਦੀਆਂ ਲਪਟਾਂ ਹੀ ਲਪਟਾਂ ਕਰ ਦਿੱਤੀਆਂ। ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿਣ ਵਾਲੇ ਸੁਖਵੰਤ ਸਿੰਘ ਦੇ ਘਰ ਦੇ ਵਿੱਚ ਇਹ ਘਟਨਾ ਘਟੀ। ਸੁਖਵੰਤ ਸਿੰਘ ਨੇ ਦੱਸਿਆ ਕਿ ਕੁਝ ਇੱਕ ਮਹੀਨਾ ਪਹਿਲਾਂ ਉਹਨਾਂ ਦੇ ਪਿਤਾ ਸਰਦਾਰ ਸਵਰਨ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਤੇ ਇੱਕ ਦਿਨ ਦੇ ਅੰਦਰ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਸਤਵੰਤ ਸਿੰਘ ਨੇ ਕਿਹਾ ਕਿ ਅਚਾਨਕ ਪਿਤਾ ਦੀ ਮੌਤ ਤੋਂ ਬਾਅਦ ਆਪਾਂ ਸਾਰੇ ਬਹੁਤ ਦੁਖੀ ਸੀ ਤੇ ਫਿਰ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਆਪਾਂ ਆਪਣੇ ਪਿਤਾ ਨੂੰ ਸ਼ਮਸ਼ਾਨ ਲੈ ਕੇ ਜਾਣ ਦੀ ਤਿਆਰੀ ਕੀਤੀ। ਸਾਰੀ ਕਿਰਿਆ ਪੂਰੀ ਕਰਕੇ ਆਪਾਂ ਆਪਣੇ ਪਿਤਾ ਦੀ ਬੋਡੀ ਨੂੰ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿੱਚ ਲੈ ਗਏ। ਚਿਤਾ ਤਿਆਰ ਕਰਨ ਤੇ ਸਾਰੀ ਕਿਰਿਆ ਕਰਨ ਤੋਂ ਬਾਅਦ ਆਪਾਂ ਬੋਡੀ ਨੂੰ ਅਗਨ ਭੇਟ ਕਰ ਦਿੱਤਾ। ਬੋਡੀ ਹੌਲੀ-ਹੌਲੀ ਜਲਣ ਲੱਗੀ ਤੇ ਸਾਰੇ ਲੋਕ ਵਾਪਸ ਜਾਣ ਦੀ ਤਿਆਰੀ ਕਰ ਰਹੇ ਸੀ, ਪਰ ਅਚਾਨਕ ਹੀ ਉੱਥੇ ਕੁਝ ਅਜਿਹਾ ਹੋਇਆ ਕਿ ਉੱਥੇ ਦਾ ਮਾਹੌਲ ਬਹੁਤ ਡਰਾਵਣਾ ਹੋ ਗਿਆ। ਸਾਰੇ ਪਾਸੇ ਭਗਦੜ ਮਚ ਗਈ। ਜਲਦੇ ਹੋਏ ਸੇਵੇ ਦੇ ਵਿੱਚ ਮੇਰੇ ਪਿਤਾ ਉੱਠ ਕੇ ਬੈਠ ਗਏ ਤੇ ਉਹਨਾਂ ਦੀ ਬੋਡੀ ਪੂਰੀ ਤਰ੍ਹਾਂ ਜਲ ਰਹੀ ਸੀ। ਉਸ ਦੇ ਬਾਵਜੂਦ ਵੀ ਉਹ ਉੱਠ ਕੇ ਬੈਠ ਗਏ। ਉਹਨਾਂ ਦੇ ਉੱਠਣ ਦੇ ਕੁਝ ਜਲਦੀਆਂ ਹੋਈਆਂ ਲੱਕੜਾਂ ਉੜ ਕੇ ਕੋਲ ਪਏ ਸਮਾਨ ਤੇ ਕੱਪੜਿਆਂ ਉੱਤੇ ਜੜ ਗਈਆਂ, ਜਿਸ ਨਾਲ ਦੋ ਜਗ੍ਹਾ ਦੇ ਉੱਤੇ ਭਿਆਨਕ ਅੱਗ ਲੱਗ ਗਈ। ਇਹ ਦੇਖ ਕੇ ਹਰ ਕੋਈ ਹੈਰਾਨ ਸੀ ਤੇ ਸਾਡੇ ਦਿਲ ਦੇ ਵਿੱਚ ਇਹੀ ਆ ਰਿਹਾ ਸੀ ਕਿ ਆਪਾਂ ਆਪਣੇ ਪਿਤਾ ਨੂੰ ਜਿਉਂਦਾ ਹੀ ਨਾ ਅੱਗ ਲਗਾ ਦਿੱਤੀ ਹੋਵੇ, ਜਿਸ ਤੋਂ ਬਾਅਦ ਸੇਕ ਲੱਗਣ ਕਾਰਨ ਮੇਰੇ ਪਿਤਾ ਮੁੜ ਜਿਉਂਦੇ ਹੋ ਗਏ। ਆਪਣੇ ਪਿਤਾ ਨੂੰ ਜਲਦਾ ਹੋਇਆ ਬੈਠਾ ਦੇਖ ਮੇਰਾ ਰੋਣਾ ਨਿਕਲ ਰਿਹਾ ਸੀ। ਆਪਾਂ ਆਪਣੇ ਪਿਤਾ ਨੂੰ ਜਿਉਂਦਾ ਹੀ ਜਲਾ ਦਿੱਤਾ, ਇਹ ਗੱਲ ਬਾਰ-ਬਾਰ ਮੇਰੇ ਦਿਮਾਗ ਦੇ ਵਿੱਚ ਆ ਰਹੀ ਸੀ। ਪਰ ਕੁਝ ਸਮੇਂ ਬਾਅਦ ਅੱਗ ਕਾਰਨ ਬੋਡੀ ਜਲ ਕੇ ਡਿੱਗ ਗਈ ਤੇ ਆਸੇ-ਪਾਸੇ ਲੱਗੀ ਅੱਗ ਨੂੰ ਵੀ ਬੁਝਾ ਦਿੱਤਾ ਗਿਆ। ਪਰ ਹਾਲੇ ਵੀ ਹਰ ਕੋਈ ਇਹੀ ਮੰਨ ਰਿਹਾ ਸੀ ਕਿ ਸ਼ਾਇਦ ਮੇਰੇ ਪਿਤਾ ਜਿਉਂਦੇ ਹੀ ਸਨ ਤੇ ਸੇਕ ਲੱਗਣ ਕਾਰਨ ਉਹ ਉੱਠ ਗਏ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਰ ਇਹ ਗੱਲ ਸੱਚਾਈ ਤੋਂ ਕਈ ਕੋਸ ਪਰੇ ਸੀ, ਜਿਸ ਨੂੰ ਇੱਕਦਮ ਸਮਝਿਆ ਨਹੀਂ ਜਾ ਸਕਦਾ ਸੀ। ਜਦੋਂ ਉੱਥੇ ਮੌਜੂਦ ਲੋਕਾਂ ਨੇ ਰੌਲਾ ਪਾਇਆ ਤਾਂ ਮੇਰੇ ਵੱਡੇ ਭਰਾ ਨੇ ਦੱਸਿਆ ਕਿ ਮੇਰੇ ਪਿਤਾ ਜਿਉਂਦੇ ਨਹੀਂ ਸਨ, ਸਗੋਂ ਉਹਨਾਂ ਦੀ ਬਿਮਾਰੀ ਦੇ ਕਰਕੇ ਹੀ ਉਹ ਇੰਜ ਉੱਠ ਕੇ ਖੜੇ ਹੋ ਗਏ ਸੀ। ਅਸਲ ਦੇ ਵਿੱਚ ਮੇਰੇ ਪਿਤਾ ਨੂੰ ਕਾਫੀ ਸਾਲ ਪਹਿਲਾਂ ਤੋਂ ਹੀ ਪਿੱਠ ਦੇ ਵਿੱਚ ਕੁੱਬ ਪੈ ਚੁੱਕਿਆ ਸੀ ਤੇ ਬੋਡੀ ਕਾਫੀ ਹੱਦ ਤੱਕ ਝੁਕ ਚੁੱਕੀ ਸੀ। ਸੋ ਜਦੋਂ ਉਹਨਾਂ ਨੂੰ ਜਲਾਇਆ ਗਿਆ ਤਾਂ ਅੱਗ ਪਹਿਲਾਂ ਪੈਰਾਂ ਵਾਲੇ ਪਾਸਿਓਂ ਜ਼ਿਆਦਾ ਤੁਰੀ, ਜਿਸ ਕਾਰਨ ਜਦੋਂ ਉੱਪਰੀ ਹਿੱਸੇ ਵੱਲ ਅੱਗ ਪਹੁੰਚੀ ਤਾਂ ਕੁੱਬ ਦੇ ਕਾਰਨ ਬੋਡੀ ਇਸ ਤਰ੍ਹਾਂ ਉੱਪਰ ਨੂੰ ਉੱਠੀ ਜਿਵੇਂ ਆਦਮੀ ਉੱਠ ਕੇ ਬੈਠ ਗਿਆ ਹੋਵੇ। ਪਰ ਇਹ ਸਭ ਕੁਝ ਦੇਖਣ ਦੇ ਵਿੱਚ ਹੀ ਇੰਜ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਪਿਤਾ ਉੱਠ ਕੇ ਬੈਠ ਗਏ ਹੋਣ, ਪਰ ਉਸ ਵੇਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਉਹਨਾਂ ਦੀ ਬੋਡੀ ਦੇ ਵਿੱਚ ਕੋਈ ਹਲਚਲ ਨਹੀਂ ਸੀ ਤੇ ਨਾ ਹੀ ਕੋਈ ਆਵਾਜ਼ ਆਈ। ਲੱਤਾਂ ਵਾਲੀ ਸਾਈਡ ਤੋਂ ਤਾਂ ਬੋਡੀ ਬਿਲਕੁਲ ਖਤਮ ਹੋ ਚੁੱਕੀ ਸੀ ਤੇ ਬੋਡੀ ਇੱਕਦਮ ਉੱਠਣ ਦੇ ਕਾਰਨ ਲੱਕੜਾਂ ਦੇ ਨਾਲ ਅੱਗ ਲੱਗਣਾ ਵੀ ਸਭ ਨੂੰ ਸਮਝ ਆ ਗਿਆ। ਪਰ ਇਹ ਸਭ ਕੁਝ ਜਾਣ ਕੇ ਵੀ ਸਾਡੇ ਮਨਾਂ ਦੇ ਅੰਦਰ ਹਾਲੇ ਵੀ ਕਾਫੀ ਡਰ ਤੇ ਚਿੰਤਾ ਸੀ ਕਿ ਕਿਤੇ ਸੱਚੀ ਹੀ ਆਪਾਂ ਜਿਉਂਦਾ ਹੀ ਆਪਣਾ ਪਿਤਾ ਨਾ ਸਾੜ ਦਿੱਤਾ ਹੋਵੇ। ਜਦੋਂ ਅਗਲੇ ਦਿਨ ਆਪਾਂ ਸ਼ਮਸ਼ਾਨ ਦੇ ਵਿੱਚ ਅਸਥ ਚੁਗਣ ਜਾਣਾ ਸੀ, ਉੱਥੇ ਫਿਰ ਕੁਝ ਅਜਿਹਾ ਹੋਇਆ ਜਿਸ ਨੇ ਸਾਨੂੰ ਸ਼ਮਸ਼ਾਨ ਦੇ ਵਿੱਚੋਂ ਭੱਜਣ ਲਈ ਮਜਬੂਰ ਕਰ ਦਿੱਤਾ। ਅਸਲ ਵਿੱਚ ਇਹ ਸਭ ਕੁਝ ਹੋਣ ਤੋਂ ਬਾਅਦ ਸਾਡੇ ਪਿੰਡ ਦੇ ਕੁਝ ਲੋਕਾਂ ਨੇ ਸਾਨੂੰ ਬਹੁਤ ਵਹਿਮ ਭਰਮਾਂ ਦੇ ਵਿੱਚ ਪਾ ਦਿੱਤਾ ਕਿ ਤੁਹਾਡਾ ਪਿਤਾ ਜਿਉਂਦਾ ਹੀ ਸੀ ਤੇ ਹੁਣ ਤੁਹਾਡੇ ਪਿਤਾ ਨੇ ਆਪਣੇ ਆਸਥਾ ਨੂੰ ਤੁਹਾਨੂੰ ਹੱਥ ਨਹੀਂ ਲਗਾਉਣ ਦੇਣਾ। ਇਹ ਡਰ ਵਹਿਮ ਸਾਡੇ ਮਨਾਂ ਦੇ ਵਿੱਚ ਬੈਠ ਚੁੱਕਿਆ ਸੀ ਤੇ ਜਦੋਂ ਆਪਾਂ ਡਰਦੇ ਹੋਏ ਅਸਥ ਲੈਣ ਦੇ ਲਈ ਗਏ ਤਾਂ ਅੱਗ ਨੂੰ ਠੰਡੀ ਕਰਨ ਵਾਸਤੇ ਮੈਂ ਉੱਥੇ ਪਾਣੀ ਪਾਇਆ। ਅੱਗ ਹਾਲੇ ਵੀ ਕਾਫੀ ਸੀ ਕਿਉਂਕਿ ਕਾਫੀ ਮੋਟੀਆਂ ਲੱਕੜਾਂ ਸਨ, ਪਰ ਜਿਵੇਂ ਹੀ ਮੈਂ ਪਾਣੀ ਪਾਇਆ ਤਾਂ ਇੱਕ ਜ਼ੋਰਦਾਰ ਭਿਆਨਕ ਆਵਾਜ਼ ਦੇ ਨਾਲ ਧੂਏ ਦਾ ਇੱਕ ਵੱਡਾ ਬੱਦਲ ਉੱਪਰ ਨੂੰ ਉੱਠਿਆ ਤੇ ਉਹ ਆਵਾਜ਼ ਲਗਾਤਾਰ ਆਉਂਦੀ ਰਹੀ। ਇੰਨੀ ਭਿਆਨਕ ਚੀਜ਼ ਮੈਂ ਅੱਜ ਤੱਕ ਨਹੀਂ ਦੇਖੀ ਸੀ ਤੇ ਜਿਸ ਨੂੰ ਦੇਖ ਕੇ ਮੈਂ ਬਿਲਕੁਲ ਡਰ ਗਿਆ। ਇਹ ਸਭ ਕੁਝ ਦੇਖ ਆਪਾਂ ਸਾਰੇ ਉੱਥੋਂ ਦੂਰ ਭੱਜੇ, ਪਰ ਸ਼ਮਸ਼ਾਨ ਦੇ ਵਿੱਚ ਸਾਡੇ ਪਿੰਡ ਦੇ ਹੀ ਕੁਝ ਲੋਕ ਸਨ ਜਿਨ੍ਹਾਂ ਨੇ ਕਿਹਾ ਕਿ ਘਬਰਾਓ ਨਾ, ਇਹ ਕੁਝ ਵੀ ਨਹੀਂ ਹੈ। ਅਸਲ ਦੇ ਵਿੱਚ ਉੱਥੇ ਜਾ ਕੇ ਦੇਖਿਆ ਜਿੱਥੇ ਮੇਰੇ ਪਿਤਾ ਨੂੰ ਜਲਾਇਆ ਗਿਆ ਸੀ ਉੱਥੇ ਦਾ ਥੋੜਾ ਥਾਂ ਕੱਚਾ ਹੀ ਸੀ, ਜਿਸ ਕੱਚੇ ਥਾਂ ਦੇ ਥੱਲੇ ਕੁਝ ਬਜਰੀ ਤੇ ਪੱਥਰ ਪਏ ਹੋਏ ਸੀ। ਸੋ ਸਿਵਾ ਜਲਣ ਦੇ ਕਾਰਨ ਉਹ ਬਜਰੀ ਤੇ ਪੱਥਰ ਬਹੁਤ ਗਰਮ ਹੋ ਚੁੱਕੇ ਸੀ ਤੇ ਜਦੋਂ ਮੈਂ ਉਸ ਦੇ ਉੱਤੇ ਪਾਣੀ ਮਾਰਿਆ ਤਾਂ ਗਰਮ ਦੇ ਉੱਤੇ ਠੰਡਾ ਪੈਣ ਦੇ ਨਾਲ ਇੱਕ ਭਿਆਨਕ ਆਵਾਜ਼ ਆਈ ਤੇ ਨਾਲ ਹੀ ਸਵਾਹ ਉੜੀ, ਜਿਸ ਦੇ ਕਾਰਨ ਉਹ ਬੱਦਲ ਜਿਹਾ ਬਣਿਆ ਸੀ। ਪਰ ਸਾਡੇ ਹੀ ਮਨਾਂ ਦੇ ਵਹਿਮ ਤੇ ਡਰ ਨੇ ਸਾਨੂੰ ਡਰਾ ਦਿੱਤਾ, ਪਰ ਅਸਲ ਦੇ ਵਿੱਚ ਸੱਚਾਈ ਕੁਝ ਹੋਰ ਹੀ ਸੀ। ਸੋ ਕਈ ਵਾਰ ਸਾਨੂੰ ਕੁਝ ਆਮ ਜਿਹੀਆਂ ਗੱਲਾਂ ਵੀ ਵਹਿਮਾਂ ਭਰਮਾਂ ਦੇ ਵਿੱਚ ਪਾ ਦਿੰਦੀਆਂ ਨੇ ਤੇ ਆਪਾਂ ਡਰ ਦੇ ਨਾਲ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ। ਮਰਨ ਤੋਂ ਬਾਅਦ ਆਤਮਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਂਦੀ ਹੈ ਤੇ ਫਿਰ ਉਹ ਸਰੀਰ ਸਿਰਫ ਮਿੱਟੀ ਹੀ ਰਹਿ ਜਾਂਦਾ ਹੈ, ਜੋ ਜਲਣ ਤੋਂ ਬਾਅਦ ਮਿੱਟੀ ਦੇ ਵਿੱਚ ਰਲ ਜਾਂਦਾ ਹੈ।